ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ। ਅੱਜ ਦਾ ਟੌਪਿਕ ਸਾਡਾ ਹੈਗਾ ਜੀ ਲਾਟਵੀਆ, ਡੈਨਮਾਰਕ ਤੇ ਸਵੀਡਨ। ਯੂਰਪੀਅਨ ਕੰਟਰੀਜ਼ ਦੇ ਵਿੱਚ ਕਿੱਦਾਂ ਜਾਇਆ ਜਾਵੇ, ਕਿੱਦਾਂ ਉਹਨੂੰ ਸਿਲੈਕਟ ਜਿਹੜੀ ਹੈਗਾ ਕੀਤਾ ਜਾਵੇ, ਉੱਥੇ ਪੜ੍ਹਨ ਤੋਂ ਬਾਅਦ ਸਾਡਾ ਕੀ ਸਕੋਪ ਰਹੇਗਾ, ਇਸ ਤਰ੍ਹਾਂ ਦੇ ਜਿਹੜੇ ਕੁਝ ਕੁਐਸਚਨਸ ਨੇ ਦਵਿੰਦਰ ਬਾਵਾ ਜੀ ਦੇ ਨਾਲ ਅੱਜ ਅਸੀਂ ਸਾਂਝੇ ਕਰਾਂਗੇ ਇੰਡੋ ਯੂਰਪੀਅਨ ਤੋਂ। ਬਹੁਤ ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਦਵਿੰਦਰ ਜੀ। ਪਹਿਲਾਂ ਤਾਂ ਮੈਂ ਉਹਨਾਂ ਬੱਚਿਆਂ ਨੇ ਸਾਨੂੰ ਸਪੈਸ਼ਲੀ ਕਿਹਾ ਕਿ ਅੱਜ ਕੱਲ੍ਹ ਸਿੰਗਾਪੁਰ ਦੀ ਗੱਲ ਨਹੀਂ ਹੋ ਰਹੀ, ਸਾਈਪ੍ਰੈਸ ਦੀ ਗੱਲ ਨਹੀਂ ਹੋ ਰਹੀ, ਲਾਟਵੀਆ ਦੀ ਗੱਲ ਨਹੀਂ ਹੋ ਰਹੀ, ਘੱਟ ਬਜਟ ਦੇ ਵਿੱਚ ਕਿੱਥੇ ਪੜ੍ਹਿਆ ਜਾ ਸਕਦਾ। ਲਾਟਵੀਆ ਇੱਕ ਅੱਛੀ ਡੈਸਟੀਨੇਸ਼ਨ ਹੈ ਕਿਉਂਕਿ ਯੂਰਪੀਅਨ ਔਰ ਸ਼ੈਂਗਨ ਦਾ ਪਾਰਟ ਹੈਗਾ। ਸੋ ਇੱਥੇ ਪੜ੍ਹਨ ਦਾ ਕੀ ਤਰੀਕਾ ਹੈਗਾ, ਕਿਵੇਂ ਐਡਮਿਸ਼ਨ ਲਈ ਜਾਵੇ, ਕੌਣ ਬੱਚਾ ਜਾ ਸਕਦਾ? ਵੀਰ ਜੀ, ਜਿਹੜਾ ਬੱਚਾ ਬੇਸਿਕਲੀ 12ਵੀਂ ਪਾਸ ਹੈਗਾ, ਜਿਹਦੇ ਕੋਲ 53-54% ਮਾਰਕਸ ਹੈਗੇ ਨੇ, ਉਹ ਬੱਚਾ ਲਾਟਵੀਆ ਜਾ ਸਕਦਾ ਹੈ। ਕੁਛ ਯੂਨੀਵਰਸਿਟੀ ਦੇ ਅੰਦਰ 70% ਯੂਨੀਵਰਸਿਟੀ ਜਿਹੜੀ ਹੈਗੀਆਂ ਨੇ ਉਹਨਾਂ ਨੇ ਬੇਸਿਕਲੀ 60% ਮਾਰਕਸ ਕਰਤੇ ਨੇ। ਜੇਕਰ ਤੁਹਾਡੇ 60% ਨੰਬਰ ਨਹੀਂ ਹੈਗੇ ਨੇ ਤੇ 60-70% ਯੂਨੀਵਰਸਿਟੀਆਂ ਲਾਟਵੀਆ ਦੀ ਤੁਹਾਨੂੰ ਨਹੀਂ ਲਏਗੀ। ਜੇਕਰ ਤੁਹਾਡੇ ਕੋਲ 53 ਤੋਂ ਲੈ ਕੇ 60 ਤੱਕ ਨੰਬਰ ਹੈਗੇ ਨੇ ਤਾਂ 30% ਕੁਛ ਯੂਨੀਵਰਸਿਟੀਆਂ ਹੈਗੀਆਂ ਜਿਹੜੀ ਬੱਚਾ ਲੈ ਰਹੀ ਹੈਗੀ। ਇਸ ਤੋਂ ਇਲਾਵਾ ਇੱਕ ਉਹ ਯੂਨੀਵਰਸਿਟੀ ਜਿਹੜੀ 50% ਦਾ ਬੱਚਾ ਵੀ ਲੈ ਰਹੀ ਹੈ, ਲੇਕਿਨ ਉਹਨਾਂ ਦੇ ਵੀਜ਼ੇ ਨਹੀਂ ਆਣੇ ਤੇ ਨਾ ਆਏ ਨੇ ਬੱਸ 'ਚ। ਮਾਰਕੀਟ ਦੇ ਅੰਦਰ ਬੇਸਿਕਲੀ ਬੱਚੇ ਨੂੰ ਐਡਮਿਸ਼ਨ ਮਿਲ ਰਿਹਾ ਹੈਗਾ ਇਹ ਕਹਿ ਕੇ ਵੀ ਲਾਟਵੀਆ ਦਾ ਐਡਮਿਸ਼ਨ ਹੈਗਾ, ਤੁਹਾਡੀ ਇੰਟਰਵਿਊ ਨਹੀਂ ਆਏਗੀ, ਤੁਹਾਡਾ ਇਹ ਨਹੀਂ ਹੋਏਗਾ। ਮੈਂ ਇੱਕ ਗੱਲ ਬੜੀ ਕਲੀਅਰ ਕਰਨਾ ਚਾਹਾਂਗਾ, ਸਟੱਡੀ ਇਨ ਲਾਟਵੀਆ ਸੈਂਟਰ ਦੀ ਹੁਣ ਸਾਡੀ ਜਿਹੜੀ ਮੀਟਿੰਗ ਹੋਈ ਸੀ ਯੂਨੀਵਰਸਿਟੀ ਦੇ ਨਾਲ, ਇੱਕ ਗੱਲ ਬੜੀ ਕਲੀਅਰ ਹੋ ਗਈ ਸੀ ਕਿ ਵੀ ਜਿਹੜੇ ਯੂਨੀਵਰਸਿਟੀਜ਼ ਐਕਸਪੋਰਟ ਯੂਨੀਅਨ ਦੇ ਮੈਂਬਰ ਹੈਗੇ ਨੇ, ਲਾਟਵੀਆ ਐਜੂਕੇਸ਼ਨ ਐਕਸਪੋਰਟ ਯੂਨੀਅਨ ਦੇ ਮੈਂਬਰ ਹੈਗੇ ਨੇ, ਸਿਰਫ ਉਹਨਾਂ ਨੂੰ ਬੇਸਿਕਲੀ ਪ੍ਰੈਫਰੈਂਸ ਮਿਲੇਗੀ ਵੀਜ਼ੇ ਤੇ। ਜਿਹੜੇ ਕਾਲਜ ਛੋਟੇ ਛੋਟੇ ਖੁੱਲੇ ਹੋਏ ਨੇ, ਜਿਨ੍ਹਾਂ ਨੇ ਬੇਸਿਕਲੀ ਬੱਚਿਆਂ ਕੋਲੋਂ 400-500 ਯੂਰੋ ਐਪਲੀਕੇਸ਼ਨ ਫੀ ਤੇ ਕਮਾਉਣਾ ਹੈਗਾ, ਉਹਨਾਂ ਨੂੰ ਵੀਜ਼ੇ ਨਹੀਂ ਮਿਲਣੇ ਹੈਗੇ ਨੇ। ਤੇ ਬੱਚਿਆਂ ਨੂੰ ਇੱਕ ਗੱਲ ਬਹੁਤ ਧਿਆਨ ਰੱਖਣਾ ਹੈਗਾ, ਜੇਕਰ ਤੁਹਾਡੇ 53% ਤੋਂ ਨੀਚੇ ਨੰਬਰ ਹੈਗੇ ਨੇ, ਤੁਹਾਡਾ ਐਡਮਿਸ਼ਨ ਲਾਟਵੀਆ 'ਚ ਕਿਸੇ ਵੀ ਵੈਲਿਡ ਯੂਨੀਵਰਸਿਟੀ ਦੇ ਅੰਦਰ ਨਹੀਂ ਹੋਏਗਾ। ਹਾਂ, ਜਿਹੜੀ ਦੂਜੀ ਕਾਲਜਸ ਹੈਗੇ ਨੇ ਉੱਥੇ ਐਡਮਿਸ਼ਨ ਹੋ ਜਾਏਗਾ। ਲੇਕਿਨ ਫਰਕ ਕੀ ਹੈ ਨਾ ਵੈਲਿਡ ਯੂਨੀਵਰਸਿਟੀ ਤੇ ਕਾਲਜਾਂ ਦੇ ਵਿੱਚ? ਰਣਬੀਰ ਜੀ, ਬੇਸਿਕਲੀ ਲਾਟਵੀਆ ਛੋਟਾ ਜਿਹਾ ਮੁਲਕ ਹੈਗਾ, ਇਹਦੇ ਅੰਦਰ ਇੱਕ ਕੋਈ ਸਾਰਾ ਮਿਲਾ ਕੇ 25-30 ਯੂਨੀਵਰਸਿਟੀ ਕਾਲਜ ਆਉਂਦੇ ਨੇ। ਟੋਟਲ ਜੀ 25-30 ਯੂਨੀਵਰਸਿਟੀ ਕਾਲਜਾਂ ਚੋਂ ਤੁਸੀਂ ਇਹ ਲੈ ਕੇ ਚੱਲੋ ਜੀ, ਗਵਰਨਮੈਂਟ ਯੂਨੀਵਰਸਿਟੀਜ਼ ਵੀ ਹੈਗੇ ਨੇ, ਪਬਲਿਕ ਵੀ ਹੈਗੇ ਨੇ, ਤੇ ਪ੍ਰਾਈਵੇਟ ਯੂਨੀਵਰਸਿਟੀ ਪ੍ਰਾਈਵੇਟ ਕਾਲਜ ਵੀ ਹੈਗੇ ਨੇ। ਜਿਹੜੇ ਪ੍ਰਾਈਵੇਟ ਯੂਨੀਵਰਸਿਟੀ ਪ੍ਰਾਈਵੇਟ ਕਾਲਜ ਹੈਗੇ ਨੇ ਉਹ ਬੇਸਿਕਲੀ 2-4 ਕਮਰੇ ਦੇ ਕਾਲਜ ਹੈਗੇ ਨੇ, ਉਹਨਾਂ ਦੇ ਕੋਲ ਲਾਇਸੈਂਸ ਵੀ ਹੈਗਾ ਬੱਚਾ ਮੰਗਾਉਣ ਦਾ, ਮੈਂ ਇਹ ਨਹੀਂ ਕਹਾਂਗਾ ਨਹੀਂ ਹੈਗਾ। ਲੇਕਿਨ ਕਿਉਂਕਿ ਉਹਨਾਂ ਨੇ ਹਜ਼ਾਰ ਐਪਲੀਕੇਸ਼ਨ ਇੰਡੀਆ ਤੋਂ ਜਿਹੜੀ ਅਪਲਾਈ ਕਰਾਈ ਹੈ ਪਿਛਲੇ 2 ਸਾਲ ਦੇ ਅੰਦਰ, ਇਹ ਸਾਰੀਆਂ ਐਪਲੀਕੇਸ਼ਨ ਦੇ ਅੰਦਰ ਬੱਚਾ ਪੜ੍ਹਨ ਵਾਲਾ ਨਹੀਂ ਸੀਗਾ, ਬੱਚੇ ਨੇ ਸਿਰਫ ਵੀਜ਼ਾ ਹਾਸਲ ਕਰਨਾ ਸੀਗਾ। ਇਸ ਗੱਲ ਨੂੰ ਸ਼ੁਰੂ 'ਚ 2 ਸਾਲ ਪਹਿਲਾਂ ਥੋੜੇ ਵੀਜ਼ਾ ਦਿੱਤੇ ਗਏ ਨੇ, ਜਿੱਦਾਂ LBK ਕਾਲਜ ਸੀਗਾ, ਹੋਟਲ ਸਕੂਲ ਰੀਗਾ ਹੋ ਗਿਆ, ਇਜ਼ਮਾ ਕਾਲਜ ਹੋ ਗਿਆ। ਇਹ 3 ਕਾਲਜ ਮੈਂ ਤੁਹਾਨੂੰ ਨਾਂ ਦੱਸ ਰਿਹਾ ਵੀ ਉਹ ਕਾਲਜ ਹੈਗੇ ਨੇ ਜਿਨ੍ਹਾਂ ਦੇ ਬੇਸਿਕਲੀ ਕਹਿਣ ਨੂੰ ਤਾਂ ਇਹਨਾਂ ਕੋਲ ਲਾਇਸੈਂਸ ਹੈਗਾ, ਲੇਕਿਨ ਇਹ ਬੱਚਾ ਮੰਗਾ ਨਹੀਂ ਪਾਉਣਗੇ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਬੱਚਿਆਂ ਦੀ ਇਨ ਵੀਜ਼ਾ ਰੇਟ ਜਿਹੜਾ ਹੈਗਾ ਉਹ 100 'ਚੋਂ 1 ਹੈਗਾ। ਲੇਕਿਨ ਜੇ ਬੱਚਾ ਕਹਿੰਦਾ ਵੀ ਮੈਂ ਪ੍ਰੋਪਰਲੀ ਪੜ੍ਹਾਈ ਕਰਨੀ ਹੈਗੀ, ਮੈਂ ਲਾਟਵੀਆ ਜਾਣਾ ਹੈ ਐਜੂਕੇਸ਼ਨ ਪਰਪਸ ਵਾਸਤੇ, ਤੇ ਤੁਹਾਨੂੰ ਲੈਜੀਮੇਟ ਯੂਨੀਵਰਸਿਟੀ ਲੈਣੀ ਪਏਗੀ। ਲੈਜੀਮੇਟ ਯੂਨੀਵਰਸਿਟੀਜ਼ ਨੇ ਆਪਣਾ ਐਕਸਪੋਰਟ ਯੂਨੀਅਨ ਦਾ ਰੂਲ ਬਣਾਤਾ ਹੈਗਾ ਜੀ, 60% ਤੋਂ ਨੀਚੇ ਤੁਸੀਂ ਬੱਚਾ ਨਹੀਂ ਚੱਕੋਗੇ ਆਪਸ 'ਚ। ਤੇ ਕੁਛ ਯੂਨੀਵਰਸਿਟੀ ਨੇ ਐਗਜ਼ੈਂਪਸ਼ਨ ਦਿੱਤੀ ਗਈ ਹੈ 53% ਤੱਕ, 53 ਤੋਂ ਲੈ ਕੇ 60% ਤੱਕ ਕੁਛ ਪ੍ਰੋਗਰਾਮ ਕੁਛ ਯੂਨੀਵਰਸਿਟੀ 'ਚ ਅਲਾਉ ਕੀਤੇ ਗਏ ਨੇ। ਲੇਕਿਨ ਇਹਦੇ ਅੰਦਰ ਸਕਾਈਪ ਇੰਟਰਵਿਊ ਮਸਟ ਹੋ ਗਿਆ ਯੂਨੀਵਰਸਿਟੀ ਦੇ ਨਾਲ। ਐਡਮਿਸ਼ਨ ਮਿਲੇਗਾ ਬਿਲਕੁਲ ਜੀ, ਬੱਚੇ ਦਾ ਸਕਾਈਪ ਇੰਟਰਵਿਊ ਮਸਟ ਹੈਗਾ। ਜੇਕਰ ਤੁਸੀਂ ਸਕਾਈਪ ਇੰਟਰਵਿਊ ਨਹੀਂ ਦਿੰਦੇ ਹੋ, ਤੁਹਾਡਾ ਐਡਮਿਸ਼ਨ ਨਹੀਂ ਹੋਣਾ ਹੈਗਾ। ਇਸ ਕਰਕੇ ਜਿਹੜੇ ਵੀ ਸਟੂਡੈਂਟ ਲਾਟਵੀਆ ਜਾਣਾ ਚਾਹੁੰਦੇ ਨੇ, ਇਹ ਤੁਹਾਡਾ ਲਾਸਟ ਚਾਂਸ ਹੈਗਾ ਸਤੰਬਰ ਇਨਟੇਕ ਵਾਸਤੇ, ਕਿਉਂਕਿ ਇਸ ਹਫਤੇ ਤੋਂ ਬਾਅਦ ਹੁਣ ਜਿਹੜੀ ਐਪਲੀਕੇਸ਼ਨ ਆਉਣਗੀਆਂ ਉਹ ਜਨਵਰੀ ਇਨਟੇਕ ਵਾਸਤੇ ਕੰਸੀਡਰ ਹੋਣਗੀਆਂ, ਕਿਉਂਕਿ ਜਿਹੜਾ ਪੇਪਰ ਵਰਕ ਹੈਗਾ ਲਾਟਵੀਆ 'ਚ ਉਹ ਥੋੜਾ ਟਾਈਮ ਲੈਂਦਾ ਹੈਗਾ। ਤੇ ਉਹ ਟਾਈਮ ਕਰਕੇ, ਕਿਉਂਕਿ ਜਦ ਅਸੀਂ ਬੱਚੇ ਦੀ ਯੂਨੀਵਰਸਿਟੀ ਨੂੰ ਐਪਲੀਕੇਸ਼ਨ ਭੇਜਦੇ ਹੈਗੇ ਆ, ਉਹ ਐਪਲੀਕੇਸ਼ਨ ਜਾਂਦੀ ਹੈ AIC ਆਫਿਸ, ਅਕੈਡਮਿਕ ਇਨਫੋਰਮੇਸ਼ਨ ਸੈਂਟਰ ਆਫਿਸ, ਜਿਹੜਾ ਕਿ ਗੌਰਮੈਂਟ ਦਾ ਆਫਿਸ ਹੈਗਾ, ਜਿੱਥੇ ਵੈਰੀਫਾਈ ਹੁੰਦਾ ਵੀ ਇਹ ਪਰਟੀਕੂਲਰ ਬੱਚਾ ਇਸ ਯੂਨੀਵਰਸਿਟੀ 'ਚ ਆ ਰਿਹਾ ਹੈਗਾ, ਇਹਦੇ ਕੋਲ ਸਹੀ ਡਾਕੂਮੈਂਟ ਹੈਗੇ ਨੇ, ਡਾਕੂਮੈਂਟ ਜੈਨੂਇਨ ਹੈਗੇ ਨੇ। ਉਹ ਵੈਰੀਫਿਕੇਸ਼ਨ ਜਿਹੜੀ ਹੈਗੀ ਉਹ ਲੈ ਰਹੀ ਹੈ ਇਸ ਟਾਈਮ ਮਹੀਨੇ ਦਾ ਟਾਈਮ। ਤੇ ਜੇ ਅਸੀਂ ਬੈਠੇ ਆ 15 ਜੁਲਾਈ ਤੇ ਅਸੀਂ ਅਗਸਤ ਮਿਡ ਤਾਂ ਉਦਾਂ ਹੀ ਲੱਗ ਗਏ। ਇਸ ਕਰਕੇ ਸਤੰਬਰ ਇਨਟੇਕ ਵਾਸਤੇ ਇਹ ਲਾਸਟ ਵੀਕ ਕਾਊਂਟ ਹੋਏਗਾ ਵੀ ਲਾਟਵੀਆ ਜੇ ਅਪਲਾਈ ਕਰਨਾ ਹੈਗਾ, ਇਹ ਜਿਹੜਾ ਅਗਲਾ ਹਫਤਾ ਹੈਗਾ, ਇਸੇ ਅਗਲੇ ਹਫਤੇ ਦੇ ਅੰਦਰ ਬੱਚੇ ਨੂੰ ਅਪਲਾਈ ਕਰਨਾ ਹੈਗਾ। ਤੇ ਮੈਂ ਫਿਰ ਕਹਾਂਗਾ ਸਕਾਈਪ ਇੰਟਰਵਿਊ ਪਰ ਇੰਨੀ ਜਲਦੀ ਕਿਵੇਂ ਹੋ ਪਾਏਗਾ? ਬੇਸਿਕਲੀ ਬੱਚਿਆਂ ਨੇ ਆਪਣੇ ਡਾਕੂਮੈਂਟ ਲੈ ਕੇ ਆਣੇ ਨੇ, ਬੱਚਿਆਂ ਦੇ ਡਾਕੂਮੈਂਟਸ ਲੈ ਕੇ ਅਸੀਂ ਅਪਲਾਈ ਕਰਾਂਗੇ ਬੱਚਿਆਂ ਦੀ ਐਪਲੀਕੇਸ਼ਨ ਨੂੰ, ਤੇ ਐਪਲੀਕੇਸ਼ਨ ਸਿਰਫ ਅਪਲਾਈ ਕਰਨਾ ਹੈਗਾ। ਅੱਛਾ, ਐਪਲੀਕੇਸ਼ਨ ਪਾਉਣੀ ਹੈ, ਨਾਟ ਇਨ ਐਮਬੈਸੀ? ਨਹੀਂ ਜੀ, ਐਮਬੈਸੀ ਨਹੀਂ, ਐਪਲੀਕੇਸ਼ਨ ਪਾਣੀ ਹੈਗੀ, ਕਿਉਂਕਿ ਇਸ ਤੋਂ ਬਾਅਦ ਜਿਹੜੇ ਵੀ ਬੱਚਿਆਂ ਦੇ ਕੰਡੀਸ਼ਨ ਲੈਟਰ ਇਸ਼ੂ ਹੋਣਗੇ ਉਹਨਾਂ ਬੱਚਿਆਂ ਨੂੰ ਅਸੀਂ ਜਨਵਰੀ ਇਨਟੇਕ ਦੇਵਾਂਗੇ, ਕਿਉਂਕਿ ਬੱਚੇ ਵੀਜ਼ਾ ਤੇ ਆਂਦੇ ਸਾਨੂੰ ਹੁਣ ਵੀ ਸਤੰਬਰ ਲੱਗ ਜੂਗਾ। ਲੇਕਿਨ ਜੇ ਅਸੀਂ ਇਸ ਤੋਂ 20-25 ਤਰੀਕ ਤੋਂ ਬਾਅਦ ਐਪਲੀਕੇਸ਼ਨ ਪਾਉਂਦੇ ਆ, ਉਹ ਬੱਚਾ ਅਕਤੂਬਰ ਤੱਕ ਜਾਏਗਾ।
ਇਸ ਕਰਕੇ ਅਸੀਂ ਚਾਹੁੰਦੇ ਹਾਂ ਬੱਚੇ ਨੂੰ ਇਨ ਟਾਈਮ ਵੀਜ਼ਾ ਮਿਲੇ। ਇਸ ਕਰਕੇ ਇਹ ਜਿਹੜਾ ਹਫਤਾ ਹੈਗਾ ਲਾਟਵੀਆ ਦੇ ਅੰਦਰ ਅਪਲਾਈ ਕਰਨ ਵਾਸਤੇ ਬਹੁਤ ਇੰਪੋਰਟੈਂਟ ਰਹੇਗਾ ਤੇ ਯੂਨੀਵਰਸਿਟੀ ਸਿਲੈਕਸ਼ਨ ਬਹੁਤ ਜ਼ਰੂਰੀ ਹੈਗਾ। ਮੈਂ ਫਿਰ ਕਹਿ ਰਿਹਾ ਜੀ ਸਕਾਈਪ ਇੰਟਰਵਿਊ ਮੈਂਡੇਟਰੀ ਹੈਗਾ ਐਡਮਿਸ਼ਨ ਵਾਸਤੇ, ਤੇ ਜੇ ਤੁਹਾਡਾ ਅੱਛੀ ਫਾਈਲ ਹੋਏਗੀ ਤੁਹਾਡਾ ਐਮਬੈਸੀ ਇੰਟਰਵਿਊ ਵੇਵ ਆਫ ਹੋਣ ਦੇ ਚਾਂਸਸ ਵੀ ਹੋਣਗੇ। ਇਹ ਇੱਕ ਪਾਇਲਟ ਪ੍ਰੋਜੈਕਟ ਸਟਾਰਟ ਕੀਤਾ ਗਿਆ ਹੈ ਜਿਹਦੇ ਅੰਦਰ ਯੂਨੀਵਰਸਿਟੀ ਦੇ ਅਕੋਰਡਿੰਗਲੀ ਐਮਬੈਸੀ ਇੰਟਰਵਿਊ ਦੀ ਕਾਲ ਆਏਗੀ ਜਾਂ ਨਹੀਂ ਆਏਗੀ। ਬਿਲਕੁਲ ਠੀਕ ਹੈ ਤੁਹਾਡੀ। ਜਿਵੇਂ ਤੁਸੀਂ ਹੁਣੇ ਕਿਹਾ ਕਿ ਇੱਕ ਹਫ਼ਤਾ ਤੁਹਾਡੇ ਕੋਲ ਬਚਿਆ ਹੈਗਾ, ਐਡਮਿਸ਼ਨ ਅਸੀਂ ਜਿਹੜੀ ਹੈਗੀ ਪਾ ਲੈਂਦੇ ਹਾਂ, ਕੁਝ ਐਪਲੀਕੇਸ਼ਨ ਐਮਬੈਸੀ ਦੇ ਵਿੱਚ ਦੇਣ ਦੀ ਵੀ ਕੋਈ ਡੈਡਲਾਈਨ ਹੈਗੀ ਹੈ? ਐਮਬੈਸੀ ਦੀ ਦੇਣ ਦੀ ਡੈਡਲਾਈਨ ਹੋਏਗੀ ਤੁਹਾਡੇ ਕੋਰਸ ਤੋਂ 15 ਦਿਨ ਪਹਿਲੇ ਤੱਕ। ਬਿਲਕੁਲ ਜੀ, ਕੋਰਸ ਤੋਂ 15 ਦਿਨ ਪਹਿਲਾਂ ਤੁਸੀਂ ਐਮਬੈਸੀ 'ਚ ਫਾਈਲ ਲਾਣੀ ਹੈਗੀ ਤੇ ਤੁਹਾਨੂੰ ਬੇਸਿਕਲੀ ਵੀਜ਼ਾ ਮਿਲਣ ਦੇ ਚਾਂਸਸ ਪੂਰੇ ਹੈਗੇ ਨੇ। ਲੇਕਿਨ ਮੋਸਟ ਇੰਪੋਰਟੈਂਟ ਇਹ ਹੈਗਾ ਤੁਹਾਡੇ ਕੋਲ ਸਹੀ ਯੂਨੀਵਰਸਿਟੀ ਦਾ ਐਡਮਿਸ਼ਨ ਲੈਟਰ ਹੋਣਾ ਚਾਹੀਦਾ। ਮੈਂ ਫਿਰ ਕਹਾਂਗਾ ਕੁਝ ਯੂਨੀਵਰਸਿਟੀ ਕਾਲਜ ਬਲੈਕਲਿਸਟ 'ਚ ਆਉਂਦੇ ਨੇ ਜਿਨ੍ਹਾਂ ਦੇ ਅੰਦਰ ਬੇਸਿਕਲੀ ਵੀਜ਼ਾ ਦੇ ਚਾਂਸਸ ਨੀਅਰਲੀ ਨਿਲ ਹੈਗੇ ਨੇ ਜੀ। ਅੱਛਾ, ਰਿਫਿਊਜ਼ਲ ਕਿਸ ਕਾਰਨ ਤੇ ਹੁੰਦੀ ਹੈ ਲਾਟਵੀਆ? ਰਿਫਿਊਜ਼ਲ ਹੁੰਦੀ ਹੈ ਬੇਸਿਕਲੀ ਮਲਟੀਪਲ ਕਾਰਨ 'ਚ। ਐਗਜ਼ਾਮਪਲ ਲੈਣੇ ਵੀ ਤੁਸੀਂ ਪੇਪਰ ਵਰਕ ਪੂਰਾ ਨਹੀਂ ਕੀਤਾ, ਐਗਜ਼ਾਮਪਲ 3 ਸਾਲ ਦੀ ਆਈਟੀਆਰ ਮੰਗੀ ਹੈਗੀ, 3 ਸਾਲ ਦੀ ਆਈਟੀਆਰ ਤੁਸੀਂ ਨਹੀਂ ਦੇ ਸਕਦੇ ਹੋ, ਤੁਸੀਂ ਆਪਣੀ ਐਫਟੀਐਸ ਜਾ ਸਕਦੇ ਹੋ। ਲਾਟਵੀਆ ਦੇ ਅੰਦਰ ਹੁਣ ਐਫਟੀਐਸ ਸਕੀਮ ਵੀ ਆ ਗਈ ਹੈ ਉਹਨਾਂ ਬੱਚਿਆਂ ਵਾਸਤੇ ਜਿਹੜੇ ਬਿਲਕੁਲ ਜੀ ਜਿਹੜੇ ਬੱਚੇ ਪੈਸੇ ਨਹੀਂ ਦਿਖਾ ਸਕਦੇ ਹੈਗੇ ਨੇ, ਆਈਟੀਆਰ ਨਹੀਂ ਦਿਖਾ ਸਕਦੇ ਹੈਗੇ ਨੇ, ਉਹਨਾਂ ਬੱਚਿਆਂ ਨੂੰ ਜਾਂ ਤਾਂ ਤੁਸੀਂ 3 ਸਾਲ ਦੀ ਆਈਟੀਆਰ ਦਿਖਾਓ ਤੇ ਨਾਲ 5.5 ਲੱਖ ਰੁਪਏ ਸ਼ੋ ਕਰੋ ਆਪਣਾ ਵਨ ਡੇ ਓਲਡ ਨਹੀਂ ਹੋਏਗਾ, ਇਹ 3 ਮਹੀਨੇ ਪੁਰਾਣਾ ਹੋਣਾ ਚਾਹੀਦਾ ਹੈ। ਥਰਡ ਪਾਰਟੀ ਸਪਾਂਸਰਸ਼ਿਪ ਚੱਲਦੀ ਹੈਗੀ। ਜਾਂ ਫਿਰ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਫਰੈਸ਼, ਤੁਸੀਂ ਆਈਟੀਆਰ ਨਹੀਂ ਕਰਦੇ ਹੋ, ਤੁਸੀਂ ਬੇਸਿਕਲੀ ਆਪਣਾ ਫੰਡ ਐਫਟੀਐਸ ਦੇ ਅੰਦਰ ਪਾ ਕੇ ਵੀ ਦਿਖਾ ਸਕਦੇ ਹੋ। ਇਹ ਬੇਸਿਕਲੀ ਇੱਕ ਪਾਇਲਟ ਪ੍ਰੋਜੈਕਟ ਹੈਗਾ ਜਿਹਦੇ ਅੰਦਰ ਬੱਚਾ ਜਿਹੜਾ ਬੱਚਾ ਕਹਿੰਦਾ ਵੀ ਮੇਰੇ ਅੱਛਾ ਬੱਚਾ ਹੈ, ਕੁਆਲਿਟੀ ਬੱਚਾ ਹੈਗਾ, ਲੇਕਿਨ ਫੰਡਿੰਗ ਪ੍ਰੋਪਰ ਨਹੀਂ ਹੈਗੀ, ਲੇਕਿਨ ਫੰਡਸ ਹੈਗੇ ਨੇ ਫਿਰ ਵੀ ਕੈਸ਼ 'ਚ, ਉਹ ਬੱਚਿਆਂ ਵਾਸਤੇ ਐਫਟੀਐਸ ਸਕੀਮ ਦੇ ਅੰਦਰ ਯੂਨੀਵਰਸਿਟੀ 4,75,000 ਰੁਪਏ ਦਾ ਐਫਟੀਐਸ ਕਰਾਏਗੀ। ਉਹ ਪੈਸਾ ਤੁਹਾਨੂੰ 12 ਕਿਸ਼ਤਾਂ 'ਚ, ਜਿੱਦਾਂ ਤੁਹਾਨੂੰ ਕੈਨੇਡਾ, ਨਿਊਜ਼ੀਲੈਂਡ, ਜਰਮਨੀ ਇਹਨਾਂ ਸਾਰਿਆਂ ਦੇਸ਼ਾਂ 'ਚ ਅਕਾਊਂਟ ਤੁਹਾਡਾ ਖੁੱਲ ਜਾਣਾ, ਹਰ ਮਹੀਨੇ ਮਿਲੀ ਜਾਣਾ। ਇਹ ਅਕਾਊਂਟ ਨਹੀਂ ਖੁੱਲੇਗਾ, ਇਹ ਯੂਨੀਵਰਸਿਟੀ ਦੇ ਅਕਾਊਂਟ 'ਚ ਪੈਸਾ ਜਾਏਗਾ। ਯੂਨੀਵਰਸਿਟੀ ਤੁਹਾਨੂੰ ਹਰ ਮਹੀਨੇ 12 ਇੱਕ ਕਿਸ਼ਤ ਬਣਾ ਕੇ ਤੁਹਾਨੂੰ ਯੂਨੀਵਰਸਿਟੀ ਪੇ ਕਰੇਗੀ। ਬਿਲਕੁਲ ਜੀ, ਬਿਲਕੁਲ ਜੀ। ਇਸ ਤੋਂ ਇਲਾਵਾ ਸਪਾਊਸ ਕੇਸਾਂ ਦੇ ਕਾਫੀ ਸਾਰੇ ਕੁਐਸਚਨਸ ਆਏ ਨੇ ਕਿ ਡੈਨਮਾਰਕ ਦੀ ਸਪਾਊਸ ਨੂੰ ਲੈ ਕੇ ਜਾਣ ਦੀ ਕੀ ਐਲੀਜੀਬਿਲਿਟੀ ਹੈ, ਕਿਵੇਂ ਸਪਾਊਸ ਜਾ ਸਕਦਾ ਹੈ, ਕੀ ਸਪਾਊਸ ਕੰਮ ਕਰ ਪਾਏਗਾ ਨਹੀਂ ਕਰ ਪਾਏਗਾ, ਸਪਾਊਸ ਦੀ ਪੜ੍ਹਾਈ ਮੈਟਰ ਕਰੇਗੀ ਨਹੀਂ ਮੈਟਰ ਕਰੇਗੀ, ਕਿਸ ਤਰ੍ਹਾਂ ਦੀਆਂ ਸ਼ਰਤਾਂ ਨੇ ਸਪਾਊਸ ਦੀਆਂ? ਅਮਰੀਤ ਜੀ, ਇਹਦੇ ਅੰਦਰ 4 ਕੰਟਰੀਆਂ ਜਿਹੜੀ ਯੂਰਪ 'ਚ ਹੈਗੀ ਜਿੱਥੇ ਸਪਾਊਸ ਦਾ ਬਹੁਤ ਕਲੈਰਿਟੀ ਦਿੱਤੀ ਗਈ ਹੈ। ਪਹਿਲੀ ਕੰਟਰੀ ਹੋਗੀ ਡੈਨਮਾਰਕ ਜਿੱਥੇ ਸਪਾਊਸ ਵੀਜ਼ਾ ਮਿਲਦਾ ਹੈ, ਦੂਜੀ ਹੋਗੀ ਸਵੀਡਨ, ਤੀਜੀ ਲਾਤਵੀਆ ਤੇ ਚੌਥੀ ਪੋਲੈਂਡ। ਇਹ 4 ਕੰਟਰੀ ਦੇ ਅੰਦਰ ਤੁਹਾਨੂੰ ਸਪਾਊਸ ਵੀਜ਼ਾ ਬੜੇ ਕਲੈਰਿਟੀ ਨਾਲ ਦਿਖਿਆ ਹੋਇਆ ਵੀ ਜੇਕਰ ਤੁਹਾਡਾ ਐਪਲੀਕੈਂਟ ਉੱਥੇ ਹੈਗਾ ਤੁਸੀਂ ਆਪਣਾ ਸਪਾਊਸ ਮੰਗਾ ਸਕਦੇ ਹੋ, ਪੇਪਰ ਵਰਕ ਬਿਲਕੁਲ ਮਿਨੀਮਮ ਹੈਗਾ। ਹੁਣ ਇਹਨਾਂ 4 ਕੰਟਰੀਆਂ 'ਚ ਸਭ ਤੋਂ ਪਹਿਲੇ ਆਉਂਦਾ ਹੈ ਡੈਨਮਾਰਕ ਜੀ। ਡੈਨਮਾਰਕ, ਸਵੀਡਨ, ਲਾਟਵੀਆ, ਪੋਲੈਂਡ, ਇਹ 4 ਪ੍ਰਾਇੋਰਟੀ ਆਰਡਰ ਦੇ ਅੰਦਰ ਤੁਸੀਂ ਲਗਾ ਸਕਦੇ ਹੋ ਵੀ ਡੈਨਮਾਰਕ ਦੇ ਅੰਦਰ ਤੁਹਾਨੂੰ ਸਪਾਊਸ ਨੂੰ 4 ਕੰਟਰੀਆਂ ਦੇ ਅੰਦਰ ਬੇਸਿਕ ਪੇਪਰ ਵਰਕ ਚਾਹੀਦਾ ਹੈਗਾ, ਲੇਕਿਨ ਥੋੜੇ ਬਹੁਤ ਚੇਂਜ ਹੈਗੇ ਨੇ। ਜਿਹੜੇ ਮੇਨ ਪੁਆਇੰਟਸ ਹੈਗੇ ਸਪਾਊਸ ਦੇ ਡੈਨਮਾਰਕ ਦੇ ਅੰਦਰ ਸਪਾਊਸ ਦੇ 7.5 ਲੱਖ ਰੁਪਏ ਸ਼ੋ ਕਰਨਾ ਹੈ ਵਨ ਡੇ ਓਲਡ। ਡੈਨਮਾਰਕ ਦੇ ਅੰਦਰ ਬੇਸਿਕਲੀ ਜਿਹੜਾ ਸਪਾਊਸ ਹੈਗਾ ਉਹਨੂੰ ਫੁੱਲ ਟਾਈਮ ਕੰਮ ਕਰਨਾ ਅਲਾਊਡ ਹੈਗਾ। ਟੈਕਨੀਕਲੀ ਡੈਨਮਾਰਕ 'ਚ ਵੀਜ਼ਾ ਇਕੱਠੇ ਅਪਲਾਈ ਕਰਨਾ ਅਲਾਊਡ ਹੈਗਾ, ਲੇਕਿਨ ਜੇਕਰ ਤੁਸੀਂ ਇਕੱਠੇ ਅਪਲਾਈ ਕਰਦੇ ਹੋ ਵੀਜ਼ਾ ਰਿਫਿਊਜ਼ ਹੋਣ ਦੇ ਚਾਂਸਸ ਹੈਗੇ ਨੇ 99.9%। ਇੱਕ ਡੈਨਮਾਰਕ ਦਾ ਹਿਊਮੈਨਿਟੇਰੀਅਨ ਲਾਅ ਹੈਗਾ ਜਿਹੜਾ ਕਹਿੰਦਾ ਵੀ ਜੇਕਰ ਤੁਹਾਡਾ ਐਪਲੀਕੈਂਟ ਉੱਥੇ ਹੈਗਾ ਤੁਸੀਂ ਬੇਸਿਕਲੀ ਸਪਾਊਸ ਨੂੰ ਵੀਜ਼ਾ ਡਿਨਾਈ ਨਹੀਂ ਕਰ ਸਕਦੇ। ਅੱਛਾ, ਜੇ ਪਹਿਲਾਂ ਚਲੇ ਗਿਆ, ਜੇ ਤੁਹਾਡਾ ਐਪਲੀਕੈਂਟ ਉੱਥੇ ਰਹਿੰਦਾ ਹੈਗਾ ਤੁਸੀਂ ਸਪਾਊਸ ਨੂੰ ਵੀਜ਼ਾ ਡਿਨਾਈ ਨਹੀਂ ਕਰ ਸਕਦੇ। ਇਹ ਡੈਨਿਸ਼ ਹਿਊਮੈਨਿਟੇਰੀਅਨ ਲਾਅ 'ਚ ਲਿਖਿਆ ਹੋਇਆ ਹੈ। ਐਸੇ ਕਰਕੇ ਜਿਹੜੇ ਬੱਚੇ ਪਹਿਲਾਂ ਆਪਣਾ ਐਪਲੀਕੇਸ਼ਨ ਲਗਾ ਕੇ ਆਪਣਾ ਐਡਮਿਸ਼ਨ ਲੈ ਲੈਂਦੇ ਨੇ ਫਿਰ ਸਪਾਊਸ ਮੰਗਾਉਂਦੇ ਨੇ, ਕਿੰਨੇ ਟਾਈਮ ਬਾਅਦ ਬੁਲਾ ਸਕਦੇ? ਜਿੱਦਾਂ ਅੱਜ ਮੇਰਾ ਵੀਜ਼ਾ ਆਇਆ, ਮੈਂ ਅੱਜ ਡੈਨਮਾਰਕ ਲੈਂਡ ਕੀਤਾ, ਮੈਂ 10ਵੇਂ ਦਿਨ ਆਪਣੇ ਸਪਾਊਸ ਮੰਗਾ ਸਕਦਾ। ਅਪਰੋਕਸੀਮੇਟਲੀ 20 ਤੋਂ 25 ਦਿਨ ਸਪਾਊਸ ਵੀਜ਼ਾ ਲੱਗਦੇ ਨੇ। ਅਸੀਂ ਕਹਿ ਕੇ ਚੱਲਦੇ ਹਾਂ 45 ਡੇਜ਼ ਦਾ ਟੋਟਲ ਪੀਰੀਅਡ ਹੈਗਾ ਜਿਹਦੇ ਅੰਦਰ ਤੁਹਾਡਾ ਸਪਾਊਸ ਤੁਹਾਡੇ ਕੋਲ ਆ ਜਾਏਗਾ। ਕੀ ਸਪਾਊਸ +2 ਤੋਂ ਬਾਅਦ ਜਾਂ BA ਤੋਂ ਬਾਅਦ ਜਾਊਗਾ ਜਾਂ ਕੋਈ ਸ਼ਰਤ ਹੈ ਇਹਦੇ ਵਿੱਚ? ਅਮਨ ਜੀ, ਕੋਈ ਸ਼ਰਤ ਨਹੀਂ ਹੈਗੀ। ਸਿਰਫ ਤੁਹਾਡੇ ਕੋਲ 7.5 ਲੱਖ ਰੁਪਈਆ ਤੁਹਾਡੇ ਸਟੂਡੈਂਟ ਦੇ ਅਕਾਊਂਟ 'ਚ, ਜਿਹੜਾ ਐਪਲੀਕੈਂਟ ਉੱਥੇ ਡੈਨਮਾਰਕ 'ਚ ਗਿਆ ਉਹਦੇ ਅਕਾਊਂਟ 'ਚ ਦਿਖਾਣਾ ਹੈ। ਇੰਡੀਆ ਦਿਖਾ ਦਿਓ ਜਾਂ ਡੈਨਮਾਰਕ ਦਿਖਾ ਦਿਓ, ਤੁਹਾਡੀ ਮਰਜ਼ੀ ਹੈਗੀ। 7.5 ਲੱਖ ਰੁਪਇਆ ਹੋਣਾ ਚਾਹੀਦਾ ਹੈਗਾ, ਪਲੱਸ ਤੁਹਾਡਾ ਮੈਰਿਜ ਸਰਟੀਫਿਕੇਟ ਚਾਹੀਦਾ ਹੈਗਾ, ਗੁਰਦੁਆਰੇ ਤੋਂ ਹੋਏ ਜਾਂ ਮੰਦਿਰ ਤੋਂ ਹੋਏ, ਜਿੱਥੋਂ ਮਰਜ਼ੀ ਹੋਏ ਉਹ ਚੱਲੋ। ਅੱਛਾ, ਸਪਾਊਸ ਕੀ ਕਰੇਗਾ ਉੱਥੇ? ਵਿਜ਼ਟਰ ਵੀਜ਼ੇ ਤੇ ਰਹੇਗਾ, ਵਰਕ ਪਰਮਿਟ ਤੇ ਰਹੇਗਾ, ਕੰਮ ਕਰ ਪਾਏਗਾ ਨਹੀਂ ਕਰ ਪਾਏਗਾ? ਸਪਾਊਸ ਨੂੰ ਅਲਾਉਡ ਹੈਗਾ ਡੈਨਮਾਰਕ ਜਾ ਕੇ ਫੁੱਲ ਟਾਈਮ ਕੰਮ ਕਰਨਾ, ਕਿਸੇ ਵੀ ਫੀਲਡ 'ਚ ਕੰਮ ਕਰਨਾ। ਸਪਾਊਸ ਦਾ ਵੀਜ਼ਾ ਉਨਾ ਹੀ ਹੋਏਗਾ ਜਿੰਨਾ ਐਪਲੀਕੈਂਟ ਦਾ ਹੋਏਗਾ। ਸਪਾਊਸ ਨੂੰ ਵੀ ਹੈਲਥ ਇੰਸ਼ੋਰੈਂਸ ਪੂਰੀ ਫ੍ਰੀ ਮਿਲੇਗੀ, ਡਾਕਟਰ ਫ੍ਰੀ ਮਿਲੇਗਾ, ਹਸਪੀਟਲ ਫ੍ਰੀ ਮਿਲੇਗਾ। 5.5 ਲੱਖ ਰੁਪਏ ਤੇ ਟੈਕਸ ਫ੍ਰੀ ਕਾਰਡ ਮਿਲੇਗਾ। 5.5 ਲੱਖ ਤੇ ਟੈਕਸ ਫ੍ਰੀ ਕਾਰਡ ਦਾ ਮਤਲਬ ਹੋ ਗਿਆ ਪਹਿਲਾ 5.5 ਲੱਖ ਰੁਪਈਆ ਤੁਸੀਂ ਕਮਾਓਗੇ, ਉੱਤੇ ਟੈਕਸ ਨਹੀਂ ਪੈਣਾ, ਕਿਉਂਕਿ ਇੰਡੀਅਨ ਗਵਰਨਮੈਂਟ ਦੇ ਨਾਲ MOU ਸਾਈਨਡ ਹੈਗਾ ਡੈਨਿਸ਼ ਗਵਰਨਮੈਂਟ ਦਾ। ਇਸ
ਕਰਕੇ ਤੁਹਾਡੇ ਕੋਲ ਹੋਰ ਜਿਹੜੀ ਫੈਸਿਲਿਟੀਜ਼ ਮਿਲਣਗੀਆਂ ਤੁਹਾਨੂੰ ਡੈਨਿਸ਼ ਲੈਂਗੁਏਜ ਕਲਾਸਿਸ ਵੀ ਫ੍ਰੀ ਆਫ ਕਾਸਟ ਮਿਲੇਗੀ ਸਪਾਊਸ ਵਾਸਤੇ ਕਿਉਂਕਿ ਡੈਨਮਾਰਕ ਚਾਹੁੰਦਾ ਵੀ ਜਿਹੜਾ ਤੁਹਾਨੂੰ ਨੌਨ ਯੂਰਪੀਅਨ ਬੰਦਾ ਆ ਰਿਹਾ ਹੈ ਡੈਨਮਾਰਕ ਦੇ ਅੰਦਰ ਉਹ ਇੰਡੀਵਿਜੂਅਲ ਆਪਣੀ ਲੋਕਲ ਸੁਸਾਇਟੀ ਦੇ ਅੰਦਰ ਇੰਟੀਗ੍ਰੇਟ ਹੋਏ ਉਹਨੂੰ ਇੰਟੀਗ੍ਰੇਟ ਕਰਨ ਵਾਸਤੇ ਉਹਨੂੰ ਫ੍ਰੀ ਡੈਨਿਸ਼ ਕਲਾਸਿਸ ਮਿਲਦੀ ਹੈਗੀ ਨੇ ਐਪਲੀਕੈਂਟ ਨੂੰ ਕਿਸੇ ਕਿਸਮ ਦੀ ਜੌਬ ਕਰਨੀ ਅਲਾਉਡ ਹੈ ਜਿੰਨੇ ਮਰਜ਼ੀ ਆਵਰ ਉਹ ਕਰਨ ਐਵਰੇਜ 2.5 ਲੱਖ ਤੋਂ ਲੈ ਕੇ 3 ਲੱਖ ਦੀ ਸੈਲਰੀ ਅਸੀਂ ਦੇਖ ਰਹੇ ਹਾਂ ਸਪਾਊਸ ਕਮਾ ਰਹੇ ਨੇ ਇਨ ਡਿਫਰੈਂਟ ਜੌਬ ਆਪਣਾ ਟਰਾਂਸਪੋਰਟ ਜੌਬ ਦੇ ਅੰਦਰ ਆਪਣੀ ਹੋਟਲਸ ਕਲੀਨਿੰਗ ਜੌਬ ਦੇ ਅੰਦਰ 2 ਤੋਂ ਲੈ ਕੇ 3 ਲੱਖ ਰੁਪਏ ਦੀ ਸੈਲਰੀਆਂ ਸਪਾਊਸ ਅਰਨ ਕਰ ਰਹੇ ਨੇ ਜੀ ਅੱਛਾ ਜਿਵੇਂ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਬੱਚੇ ਦੇ ਮਨ 'ਚ ਇੱਕ ਡਰ ਹੁੰਦਾ ਹੈ ਕਿ ਵੀਜ਼ਾ ਰਿਫਿਊਜ਼ ਨਾ ਹੋ ਜਾਏ ਤੁਹਾਡੇ ਮੁਤਾਬਕ ਕਿੰਨੇ ਕੁ % ਸਕਸੈਸ ਰੇਟ ਔਰ ਕਿਵੇਂ ਸਕਸੈਸ ਰੇਟ ਲਿਆ ਜਾ ਸਕਦਾ ਹੈ ਡੈਨਮਾਰਕ ਦੇ ਅੰਦਰ ਸਕਸੈਸ ਰੇਟ ਇਹ ਹੈਗਾ ਜੀ ਦੇਖੋ ਜੇ ਐਪਲੀਕੈਂਟ ਦਾ ਵੀਜ਼ਾ ਦੀ ਗੱਲ ਕਰੀਏ ਤਾਂ ਬੇਸਿਕਲੀ ਇੰਟਰਵਿਊ ਹੋਣਾ ਹੈਗਾ ਉਸ ਇੰਟਰਵਿਊ 'ਚ ਬਹੁਤ ਸਪੈਸੀਫਿਕ ਕੁਐਸਚਨਸ ਹੋਣਗੇ ਉਹ ਕੁਐਸਚਨ ਨਾਰਮਲ ਕੁਐਸਚਨ ਨਹੀਂ ਹੁੰਦੇ ਨੇ ਉਹ ਕੁਐਸਚਨ ਇੱਕ ਐਕਸਪੀਰੀਅੰਸ ਕੰਸਲਟੈਂਟ ਦੇ ਥਰੂ ਹੀ ਤੁਸੀਂ ਜਦ ਅਪਲਾਈ ਕਰੋਗੇ ਤੁਹਾਨੂੰ ਉਹਦੇ ਆਨਸਰ ਮਿਲਣਗੇ ਕਿਉਂਕਿ ਮਤਲਬ ਜ਼ਿਆਦਾ ਦਾ ਦਾਰੋਮਦਾਰ ਜਿਹੜਾ ਇੰਟਰਵਿਊ ਤੇ ਬਿਲਕੁਲ ਜੀ ਕੁਐਸਚਨ ਤੇ ਤੁਹਾਡੀ ਫਾਈਲ ਪ੍ਰਿਪਰੇਸ਼ਨ ਕਿੱਦਾਂ ਦੀ ਕੀਤੀ ਗਈ ਹੈ ਕਿਉਂਕਿ ਟੈਕਨੀਕਲ ਜਿਹੜੀ ਲੌਜਮੈਂਟ ਹੈਗੀ ਇਹਦੇ ਅੰਦਰ ਪੇਪਰ ਤੇ ਨਾਲ ਬੱਚੇ ਦਾ ਬੋਲਣਾ ਦੇਖੋ ਜੀ ਡੈਨਮਾਰਕ ਦੇ ਅੰਦਰ ਬਿਨਾਂ ਆਇਲਸ ਤੋਂ ਬੱਚਾ ਜਾ ਨਹੀਂ ਸਕਦਾ ਇਸ ਕਰਕੇ ਆਇਲਸ ਸਭ ਦੇ ਕੋਲ ਹੈਗਾ ਪੇਪਰ ਫਾਈਲ ਦੇ ਅੰਦਰ ਬਹੁਤ ਸਪੈਸੀਫਿਕ ਇਸ਼ੂਜ਼ ਹੈਗੇ ਨੇ ਬਹੁਤ ਸਪੈਸੀਫਿਕ ਡਾਕੂਮੈਂਟੇਸ਼ਨ ਚਾਹੀਦੀ ਹੈਗੀ ਉਹ ਡਾਕੂਮੈਂਟ ਦੇ ਨਾਲ ਜਿਹੜੇ ਕੁਐਸਚਨਸ ਪੁੱਛੇ ਜਾਣਗੇ ਐਮਬੈਸੀ ਦੇ ਅੰਦਰ ਉਸ ਪਾਰਟਿਕੂਲਰ ਕੁਐਸਚਨ ਤੇ ਤੁਹਾਨੂੰ ਵਰਕਆਊਟ ਕਰਾਉਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਉਹਦੇ ਬਿਹਾਫ ਤੇ ਤੁਹਾਡੇ ਕਿਉਂਕਿ ਡੈਨਮਾਰਕ ਐਮਬੈਸੀ ਸਿਰਫ ਇੱਕ ਪੋਸਟਮੈਨ ਹੈਗੀ ਨਾ ਵੀਜ਼ਾ ਰਿਫਿਊਜ਼ ਕਰਦੀ ਹੈ ਨਾ ਵੀਜ਼ਾ ਦਿੰਦੀ ਹੈ ਡੈਨਮਾਰਕ ਇਮੀਗ੍ਰੇਸ਼ਨ ਨੇ ਵੀਜ਼ਾ ਦੇਣਾ ਹੈਗਾ ਤੇ ਡੈਨਮਾਰਕ ਇਮੀਗ੍ਰੇਸ਼ਨ ਜਦ ਤੁਹਾਡਾ ਫਾਈਲ ਚੈੱਕਅਪ ਕਰ ਰਹੀ ਹੁੰਦੀ ਹੈਗੀ ਇਸ ਟਾਈਮ ਉਹਨਾਂ ਨੇ ਤੁਹਾਡੇ ਕਮੈਂਟ ਪੜ੍ਹਨੇ ਨੇ ਇੰਟਰਵਿਊਅਰ ਦੇ ਇੰਟਰਵਿਊਅਰ ਨੇ ਕਮੈਂਟ ਤੁਹਾਨੂੰ ਆਪਣੇ ਲਿਖ ਕੇ ਤੁਹਾਨੂੰ ਸਾਈਨ ਕਰਵਾਉਣੇ ਹੈਗੇ ਨੇ ਵੀ ਮੈਂ ਤੁਹਾਡੇ ਵਾਸਤੇ ਇਹ ਕਮੈਂਟ ਲਿਖੇ ਨੇ ਇਸ ਕਰਕੇ ਤੁਹਾਨੂੰ ਬਿਲਕੁਲ ਪਤਾ ਹੋਣਾ ਚਾਹੀਦਾ ਵੀ ਕਿਸ ਕਿਸਮ ਦੇ ਕੁਐਸਚਨ ਪੁੱਛੇ ਜਾਂਦੇ ਨੇ ਉਸੇ ਚੀਜ਼ ਵਾਸਤੇ ਇੰਡੋ ਯੂਰਪੀਅਨ ਦੀ ਐਕਸਪਰਟ ਟੀਮ ਜਿਹੜੀ ਬੈਠੀ ਹੈ ਜਿੱਥੇ ਤੇ ਅਸੀਂ ਕਹਿੰਦੇ ਵੀ ਅਸੀਂ ਬੱਚੇ ਦੀ ਤਿਆਰੀ ਕਰਾਉਂਦੇ ਆ ਕਿਉਂਕਿ ਸਾਡੇ ਕੋਲ ਇੰਨੇ 15 ਸਾਲ ਦਾ ਐਕਸਪੀਰੀਅੰਸ ਹੈਗਾ ਬੱਚੇ ਨੂੰ ਡੈਨਮਾਰਕ ਦੀ ਜਾਂ ਹੋਰ ਯੂਰਪੀਅਨ ਕੰਟਰੀਆਂ ਦੇ ਇੰਟਰਵਿਊ ਕਰਾਉਂਦੇ ਸਾਡਾ ਪੈਟਰਨ ਪਹਿਲਾਂ ਬਣਿਆ ਹੋਇਆ ਹੈ ਕਿ ਇਸ ਪਾਰਟਿਕੂਲਰ ਐਮਬੈਸੀ ਦੇ ਅੰਦਰ ਇਹ ਪਾਰਟਿਕੂਲਰ ਵੀਜ਼ਾ ਆਫਿਸਰ ਕਿਉਂਕਿ ਛੋਟੀ ਐਮਬੈਸੀਆਂ ਹੈਗੀਆਂ ਨੇ ਸਾਨੂੰ ਕਾਫੀ ਕਲੋਜ਼ ਕੰਟੈਕਟਸ ਹੈਗੇ ਨੇ ਵੀ ਇਹ ਪਾਰਟਿਕੂਲਰ ਵੀਜ਼ਾ ਆਫਿਸਰ ਕੀ ਪੁੱਛੇਗਾ ਇਹ ਸਾਡੇ ਕੋਲ ਪਹਿਲਾਂ ਹੀ ਕੁਐਸਚਨਰ ਬਣੇ ਹੁੰਦੇ ਨੇ ਜਿਹੜੇ ਅਸੀਂ ਈਅਰ ਬਾਈ ਈਅਰ ਤਿਆਰ ਕੀਤੇ ਨੇ ਚਲੋ ਇੰਟਰਵਿਊ ਦੇ ਕੁਐਸਚਨਸ ਤਿਆਰ ਹੋ ਗਏ ਬੱਚੇ ਦੇ ਹੋਰ ਕੋਈ ਆਸਪੈਕਟ ਹੈਗਾ ਜਿਹੜਾ ਧਿਆਨ ਰੱਖਣਾ ਚਾਹੀਦਾ ਕਿ ਵੀਜ਼ਾ ਰਿਫਿਊਜ਼ ਨਾ ਹੋਵੇ ਪੇਪਰ ਵਰਕ ਜਿਹੜਾ ਹੈਗਾ ਉਹਦਾ ਉੱਤੇ ਬੜਾ ਫੋਕਸ ਹੋਏਗਾ ਤੁਹਾਡੀ ਫਾਈਲ ਕਿੱਦਾਂ ਦੀ ਪ੍ਰਿਪੇਅਰ ਹੋਈ ਹੈਗੀ ਕਿਉਂਕਿ ਤੁਸੀਂ ਜਦ ਇੰਟਰਵਿਊ ਜਾ ਰਹੇ ਹੋ ਤੁਹਾਡੀ ਫਾਈਲ ਜਿਹੜੀ ਹੈਗੀ ਉਹ ਤੁਹਾਡੇ ਇੰਟਰਵਿਊ ਦੇ ਨਾਲ ਕੋਲ ਰਿਲੇਟ ਕਰਨੀ ਬਹੁਤ ਜ਼ਰੂਰੀ ਹੈ ਐਗਜ਼ਾਮਪਲ ਜੀ ਮੈਂ ਤੁਹਾਨੂੰ ਦਿੰਦਾ ਹੁਣ ਬੱਚਾ ਸਾਡਾ ਇੱਕ ਲਾਸਟ ਵੀਕ ਗਿਆ ਸੀਗਾ ਉਸ ਬੱਚੇ ਨੂੰ ਕਿਹਾ ਗਿਆ ਵੀ ਤੁਸੀਂ SOP ਲਿਖਿਆ ਹਾਂਜੀ ਇਹ SOP ਆਪਣੇ ਹੱਥ ਨਾਲ ਲਿਖ ਕੇ ਦੇ ਦਿਓ ਮੈਨੂੰ ਅੱਛਾ ਉਸੇ ਟਾਈਮ ਕਾਊਂਟਰ ਤੇ ਵੀਜ਼ਾ ਕਾਊਂਟਰ ਤੇ ਵੀਜ਼ਾ ਅਫਸਰ ਨੇ ਕਿਹਾ ਜੀ ਤੁਸੀਂ SOP ਸਬਮਿਟ ਕੀਤਾ ਹੈਗਾ ਉਹਨਾਂ ਨੂੰ ਲੱਗਿਆ ਵੀ ਇਹ ਬੱਚਾ ਜਿਹੜਾ ਹੈਗਾ ਇਹਦੇ ਬੈਂਡ ਤਾਂ 6 ਹੈਗੇ ਨੇ ਲੇਕਿਨ ਬੱਚੇ ਦਾ ਜਿਹੜਾ ਡਾਇਲੈਕਟ ਹੈਗਾ ਗੱਲ ਕਰਨ ਦਾ ਇੰਨਾ ਸਟਰੋਂਗ ਨਹੀਂ ਸੀਗਾ ਬੱਚਾ ਹਰਿਆਣਾ ਤੋਂ ਸੀਗਾ ਇਸ ਕਰਕੇ ਤੇ ਵੀਜ਼ਾ ਆਫਿਸਰ ਨੇ ਉਸੇ ਟਾਈਮ ਬੱਚੇ ਨੂੰ ਕਿਹਾ ਵੀ ਤੁਸੀਂ ਇਹ ਪੈਨ ਪੇਪਰ ਲਓ ਤੇ ਉੱਥੇ ਬਹਿ ਜਾਓ ਤੇ ਮੈਨੂੰ ਇਹੀ ਆਪਣਾ SOP ਲਿਖ ਕੇ ਮੈਨੂੰ ਦੇ ਦਿਓ ਤਨਵੀਰ ਜੀ ਇਹਦੇ ਅੰਦਰ ਹੋਇਆ ਕਿ ਅਸੀਂ ਬੱਚੇ ਦੀ ਤਿਆਰੀ ਪ੍ਰੋਪਰ ਕਰਾਈ ਹੋਈ ਸੀ ਸਾਨੂੰ ਪਤਾ ਹੈ ਵੀ ਇਸ ਟਾਈਪ ਦਾ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ ਬੱਚੇ ਨੇ ਪੂਰਾ SOP ਉੱਥੇ ਤਾਰ ਕੇ ਸਬਮਿਟ ਕਰਤਾ ਤੇ ਬੱਚੇ ਨੂੰ ਕੋਈ ਦਿੱਕਤ ਨਹੀਂ ਹੋਈ ਇਹਨਾਂ ਚੀਜ਼ਾਂ 'ਚ ਇਹ ਇੱਕ ਛੋਟਾ ਜਿਹਾ ਐਗਜ਼ਾਮਪਲ ਤੁਹਾਨੂੰ ਮੈਂ ਦਿੱਤਾ ਹੈਗਾ ਕਿਉਂਕਿ ਇੱਦਾਂ ਦੇ ਹੋਰ ਐਗਜ਼ਾਮਪਲਸ ਹੈਗੇ ਨੇ ਸਵੀਡਨ ਦੇ ਅੰਦਰ ਜਿਹੜਾ ਸਪਾਊਸ ਜਾਂਦਾ ਹੈਗਾ ਉਹ ਡੈਨਮਾਰਕ ਤੋਂ ਵੱਖਰਾ ਇਹ ਹੈਗਾ ਵੀ ਸਵੀਡਨ ਦੇ ਅੰਦਰ ਸਪਾਊਸ ਨੇ 8 ਲੱਖ ਰੁਪਈਆ ਆਪਣੇ ਅਕਾਊਂਟ 'ਚ ਸ਼ੋ ਕਰਨਾ ਹੈ ਸਪਾਊਸ ਦੇ ਅਕਾਊਂਟ 'ਚ ਸ਼ੋ ਨਹੀਂ ਕਰਨਾ ਮਤਲਬ ਕਿ ਹਾਂਜੀ ਐਪਲੀਕੈਂਟ ਵੀਜ਼ਾ ਉੱਥੇ ਵੀ ਸਪਾਊਸ ਲੱਗ ਜਾਊਗਾ ਬਿਲਕੁਲ ਜੀ ਐਪਲੀਕੈਂਟ ਆਪਣੇ 'ਚ ਕਰੇਗਾ ਸਪਾਊਸ ਆਪਣੇ ਅਕਾਊਂਟ 'ਚ ਕਰੇਗਾ 8 ਲੱਖ ਰੁਪਈਆ ਵਨ ਡੇ ਓਲਡ ਸ਼ੋ ਕਰਨਗੇ ਸਪਾਊਸ ਵੀਜ਼ਾ ਮਿਲ ਸਕਦਾ ਹੈਗਾ ਸਪਾਊਸ ਦੀ ਹੋਰ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਸਵੀਡਨ ਦੇ ਅੰਦਰ ਤੁਹਾਨੂੰ ਲੈਂਗੁਏਜ ਸਿੱਖਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਨੂੰ ਸਵੀਡਿਸ਼ ਲੈਂਗੁਏਜ ਦੀ ਜ਼ਰੂਰਤ ਨਹੀਂ ਪੈਂਦੀ ਸਿਟੀਜ਼ਨਸ਼ਿਪ ਵਾਸਤੇ ਸਵੀਡਨ ਇਕੱਲਾ ਮੁਲਕ ਹੈਗਾ ਜਿਹੜਾ ਤੁਹਾਨੂੰ ਲੈਂਗੁਏਜ ਸਿੱਖਣ ਨੂੰ ਨਹੀਂ ਬੋਲਦਾ PR ਵਾਸਤੇ ਦੂਜੀ ਗੱਲ ਸਵੀਡਨ ਦੇ ਅੰਦਰ ਵੀਜ਼ਾ ਨਹੀਂ ਮਿਲਦਾ ਸਿੱਧਾ ਕਾਰਡ ਪ੍ਰਿੰਟ ਹੋ ਕੇ ਆਉਂਦਾ ਜਿਹਨੂੰ ਅਸੀਂ ਕਹਿੰਦੇ ਹਾਂ TRP ਟੈਂਪਰਰੀ ਰੈਜ਼ੀਡੈਂਟ ਪਰਮਿਟ ਕਾਰਡ ਅੱਛਾ ਵੀਜ਼ੇ ਦੀ ਜਗ੍ਹਾ ਕਾਰਡ ਹੀ ਮਿਲ ਜਾਣਾ ਬਿਲਕੁਲ ਜੀ ਕੋਈ ਵੀਜ਼ਾ ਪਾਸਪੋਰਟ ਸਟੈਂਪ ਨਹੀਂ ਹੁੰਦਾ ਜਿਹੜਾ ਕਾਰਡ ਬਾਕੀਆਂ ਮੁਲਕਾਂ 'ਚ ਜਾ ਕੇ ਮਿਲਣਾ ਹੈਗਾ ਸਵੀਡਨ ਤੁਹਾਨੂੰ ਪ੍ਰਿੰਟ ਕਰਕੇ ਇੱਥੇ ਭੇਜ ਦਿੰਦਾ ਉਹ ਕਾਰਡ ਉਹਦੇ ਬੈਨੀਫਿਟ ਕੀ ਹੈਗੇ ਕੋਈ ਬੈਨੀਫਿਟ ਨਹੀਂ ਹੈਗਾ ਬਸ ਇਹ ਫਰਕ ਹੈ ਕਿ ਜਿਹੜਾ ਆਪਾਂ ਗੱਲ ਕਰਦੇ ਹਾਂ ਲਾਟਵੀਆ ਜਰਮਨੀ ਡੈਨਮਾਰਕ ਫਰਾਂਸ ਪੋਰਚੁਗਲ ਇਹ ਸਾਰੀਆਂ ਕੰਟਰੀ ਦੇ ਅੰਦਰ ਸ਼ੈਂਗਨ ਵੀਜ਼ਾ ਮਿਲਦਾ ਪਹਿਲਾਂ ਸ਼ੈਂਗਨ ਵੀਜ਼ਾ ਲੈ ਕੇ ਤੁਸੀਂ ਐਂਟਰੀ ਮਾਰਦੇ ਹੋ ਐਂਟਰੀ ਮਾਰਨ ਵਾਸਤੇ ਜਿਹੜਾ ਵੀਜ਼ਾ ਹੁੰਦਾ ਉਹਨੂੰ D ਟਾਈਪ ਵੀਜ਼ਾ ਕਹਿੰਦੇ ਆ ਉਹ ਸਿਰਫ ਐਂਟਰੀ ਵੀਜ਼ਾ ਹੁੰਦਾ ਹੈ ਉਸ ਦੇ ਬਾਅਦ ਤੁਹਾਨੂੰ ਮਿਲਦਾ ਹੈਗਾ ਆਪਣਾ TRP ਕਾਰਡ ਜਿਹੜਾ ਕਿ ਤੁਸੀਂ ਲੈਣਾ ਹੀ ਲੈਣਾ ਹੈਗਾ ਕਿਸੇ ਵੀ ਇੰਡੀਵਿਜੂਅਲ ਨੇ ਕਿਸੇ ਵੀ ਬੱਚੇ ਨੇ ਪੜ੍ਹਾਈ ਕਰਨ ਦੇ ਇਲਾਵਾ ਵੀ ਜੇ 90 ਦਿਨ ਤੋਂ ਉੱਤੇ ਪੜ੍ਹਾਈ ਹੈਗੀ ਤੇ ਤੁਹਾਨੂੰ TRP ਕਾਰਡ ਇਮੀਡੀਏਟਲੀ ਜਾਂਦੇ
ਅਪਲਾਈ ਕਰਨਾ ਹੁੰਦਾ ਹੈ ਉਹ ਆਟੋਮੈਟਿਕ ਪ੍ਰੋਸੈਸ ਹੈਗਾ। ਤੁਹਾਡੇ ਕੋਲ ਸਾਰੇ ਪੇਪਰ ਪਹਿਲਾਂ ਹੀ ਹੁੰਦੇ ਨੇ, ਜਿਹੜੇ ਪੇਪਰ ਤੁਸੀਂ ਵੀਜ਼ਾ ਵਾਸਤੇ ਲਾਏ ਸੀਗੇ ਉਹਨਾਂ ਹੀ ਪੇਪਰਾਂ ਦੇ ਬਿਹਾਫ ਤੇ ਤੁਹਾਨੂੰ TRP ਕਾਰਡ ਇਸ਼ੂ ਹੋ ਜਾਂਦਾ ਹੈਗਾ। ਸਵੀਡਨ ਦੇ ਕੇਸ ਦੇ ਅੰਦਰ ਵੀਜ਼ਾ ਨਹੀਂ ਇਸ਼ੂ ਹੋ ਰਿਹਾ, ਸਿੱਧਾ TRP ਇਸ਼ੂ ਹੋ ਰਹੀ ਹੈ, ਕਾਰਡ ਪ੍ਰਿੰਟ ਹੋ ਕੇ ਆ ਰਿਹਾ ਹੈ। ਉੱਥੇ ਵੀ ਇਹੀ ਚੀਜ਼ ਹੈਗੀ ਹੈ ਕਿ ਪਹਿਲਾਂ ਸਪੋਜ਼ ਆਪ ਜਾ ਕੇ ਪੜ੍ਹੇ ਫਿਰ ਬੁਲਾਵੇ ਜਾਂ ਨਾਲ ਲੈ ਕੇ ਜਾਵੇ? ਬਿਲਕੁਲ ਜੀ ਰਣਵੀਰ ਜੀ, ਨਾਲ ਜਾ ਸਕਦੇ ਹੋ, ਡਿਪੈਂਡ ਕਰਦਾ ਹੈ ਪ੍ਰੋਫਾਈਲ ਕੀ ਹੈਗਾ। ਦੇਖੋ ਜੀ ਜਾਣਾ ਤਾਂ ਨਾਲ ਅਪਲਾਈ ਕਰਨਾ ਅਲਾਉਡ ਹੈਗਾ, ਲੇਕਿਨ ਕਿਸੇ ਪ੍ਰੋਫਾਈਲ ਦੇ ਅੰਦਰ ਜਿੱਦਾਂ ਮੰਨ ਲੈਂਦੇ ਆ ਸਪਾਊਸ ਹੈਗਾ, ਸਪਾਊਸ ਨੇ ਅਪਲਾਈ ਕਰਨਾ ਹੈਗਾ ਜਿਹੜਾ 12 ਮਹੀਨੇ ਤੋਂ ਉੱਤੇ ਦਾ ਕੋਰਸ ਹੈਗਾ ਉੱਤੇ ਅੰਦਰ ਸਵੀਡਨ 'ਚ ਅਪਲਾਈ ਕਰਨਾ ਹੈਗਾ, ਕਿਉਂਕਿ ਨਹੀਂ ਤਾਂ ਤੁਹਾਨੂੰ ਵਰਕ ਪਰਮਿਟ 'ਚ ਦਿੱਕਤ ਆਉਂਦੀ ਹੈ। ਇਸ ਕਰਕੇ ਜਿਹੜੇ ਬੱਚੇ ਆਪਣੇ ਸਪਾਊਸ ਲੈ ਕੇ ਜਾਣਾ ਚਾਹੁੰਦੇ ਨੇ, ਡੈਨਮਾਰਕ ਸਵੀਡਨ 'ਚ ਇੱਕੋ ਹੀ ਰੂਲ ਹੈਗਾ। ਸਵੀਡਨ ਦੇ ਅੰਦਰ ਥੋੜੀ ਲੀਨੈਂਸੀ ਇਹ ਹੈਗੀ ਵੀ ਜੇਕਰ ਤਾਂ ਬੱਚਾ ਜਾ ਰਿਹਾ BTech ਦੇ ਕੋਰਸ 'ਚ, ਬੱਚਾ ਜਾ ਰਿਹਾ MSc IT 'ਚ, ਉਹਦੇ ਅੰਦਰ ਤਾਂ ਅਸੀਂ ਕਹਿੰਦੇ ਆ ਵੀ ਤੁਸੀਂ ਲੈ ਕੇ ਜਾਓ ਆਪਣੇ ਸਪਾਊਸ ਨੂੰ, ਕੋਈ ਦਿੱਕਤ ਨਹੀਂ ਹੈਗੀ। BTech ਵਾਲਿਆਂ ਨੂੰ IELTS ਆਪ ਨਹੀਂ, BTech ਸਟੂਡੈਂਟ ਨੂੰ IELTS ਨਹੀਂ ਚਾਹੀਦਾ ਸਵੀਡਨ 'ਚ, ਸਪਾਊਸ ਨੂੰ ਤਾਂ IELTS ਉਦਾਂ ਨਹੀਂ ਚਾਹੀਦਾ ਹੈਗਾ। ਸਿੰਪਲ ਜਿਹਾ ਪੇਪਰ ਵਰਕ ਹੈਗਾ, ਤੁਹਾਡਾ ਸਿਰਫ ਮੈਰਿਜ ਸਰਟੀਫਿਕੇਟ ਹੋਣਾ ਜ਼ਰੂਰੀ ਹੈਗਾ। 7.5 ਲੱਖ ਰੁਪਏ 8 ਲੱਖ ਰੁਪਏ ਜਿਹੜਾ ਹੈਗਾ ਉਹ ਤੁਹਾਡੇ ਅਕਾਊਂਟ 'ਚ ਹੋਣਾ ਜ਼ਰੂਰੀ ਹੈਗਾ। 1 day old ਹੋਏਗਾ, ਕੋਈ ਦਿੱਕਤ ਨਹੀਂ ਹੈਗੀ। ਸਵੀਡਨ ਵੀ ਮੈਂ ਇਹੀ ਸੁਜੈਸਟ ਕਰਾਂਗਾ ਬੱਚਿਆਂ ਨੂੰ ਵੀ ਆਪਣਾ ਵੀਜ਼ਾ ਪਹਿਲਾਂ ਕਰਾਓ, ਉਸ ਤੋਂ ਬਾਅਦ ਆਪਣੇ ਸਪਾਊਸ ਦਾ ਵੀਜ਼ਾ ਕਰਾਓ। ਲੇਕਿਨ ਜੇਕਰ ਬੱਚਾ ਮਾਸਟਰ ਦੇ ਅੰਦਰ ਜਾ ਰਿਹਾ ਹੈਗਾ ਤੇ ਸਪਾਊਸ ਨੂੰ ਨਾਲ ਵੀ ਲੈ ਕੇ ਜਾ ਸਕਦਾ ਹੈ, ਵੀਜ਼ੇ ਆ ਰਹੇ ਨੇ। ਲੇਕਿਨ ਕੁਐਸਚਨ ਇਹ ਹੈਗਾ ਐਡਮਿਸ਼ਨ ਕਿੱਦਾਂ ਮਿਲੂਗਾ। ਜਨਵਰੀ ਇਨਟੇਕ ਦੇ ਅੰਦਰ ਸਵੀਡਨ ਦੇ ਅੰਦਰ ਬਹੁਤ ਥੋੜੇ ਪ੍ਰੋਗਰਾਮ ਹੈਗੇ ਨੇ, ਮੁਸ਼ਕਿਲ ਨਾਲ 5-6 ਪ੍ਰੋਗਰਾਮ ਪੂਰੀ ਕੰਟਰੀ 'ਚ ਅਵੇਲੇਬਲ ਹੈਗੇ ਨੇ। ਐਲੀ ਕੋਰਸ ਵਾਲਿਆਂ ਨੂੰ ਸਪਾਊਸ ਲੈ ਕੇ ਜਾਣ ਦਾ ਵੀਜ਼ਾ ਨਹੀਂ ਮਿਲੇਗਾ ਤੇ ਰਹਿ ਸਹਿ ਕੇ ਬੱਚੇ ਨੂੰ ਆ ਕੇ ਆਪਣੀ ਪ੍ਰੋਫਾਈਲ ਸ਼ਾਰਟਲਿਸਟਿੰਗ ਕਰਾਣੀ ਪਏਗੀ, ਕਿਉਂਕਿ ਸਵੀਡਨ ਦੇ ਅੰਦਰ ਜਨਵਰੀ ਦੇ ਅੰਦਰ ਬਹੁਤ ਥੋੜੇ ਕੋਰਸ ਹੈਗੇ ਨੇ, ਡੈਨਮਾਰਕ ਵੀ ਬਹੁਤ ਥੋੜੇ ਕੋਰਸ ਹੈਗੇ ਨੇ। ਇਸ ਕਰਕੇ 1 ਸਤੰਬਰ ਤੋਂ ਪਹਿਲਾਂ ਜਿਹਨੇ ਐਡਮਿਸ਼ਨ ਲੈ ਲਿਆ ਉਹਨਾਂ ਨੂੰ ਐਡਮਿਸ਼ਨ ਮਿਲ ਜੂਗੀ। ਹੋ ਸਕਦਾ ਹੈ ਸਵੀਡਨ 15 ਅਗਸਤ ਨੂੰ ਬੰਦ ਵੀ ਹੋ ਜਾਏ। ਅੱਛਾ, ਬਿਲਕੁਲ ਜੀ, ਕਿਉਂਕਿ ਇਹਨਾਂ ਕੰਟਰੀਆਂ ਦੇ ਅੰਦਰ ਇੱਕੋ ਹੀ ਚੀਜ਼ ਹੈਗੀ ਕਿ ਸੀਟਾਂ ਥੋੜੀਆਂ ਹੁੰਦੀਆਂ ਨੇ, ਫਿਰ ਜਨਵਰੀ ਇਨਟੇਕ 'ਚ ਬਹੁਤ ਲਿਮਿਟਡ ਹੈਗੀਆਂ ਨੇ। ਸਾਨੂੰ ਇਹ ਵੀ ਨਹੀਂ ਪਤਾ ਅਸੀਂ ਹਰ ਬੱਚੇ ਨੂੰ ਕੇਟਰ ਕਰ ਪਾਣਗੇ। ਇਸ ਕਰਕੇ ਜਿਹੜੀ ਵੀ ਸੀਟਾਂ ਹੈਗੀਆਂ ਨੇ, ਜੇਕਰ ਸੀਟਾਂ ਮਿਲ ਗਈਆਂ ਤੁਹਾਨੂੰ, ਜਿਹੜੇ ਕੋਰਸ ਮਿਲ ਗਿਆ ਤੇ ਤੁਸੀਂ ਇਮੀਡੀਏਟਲੀ ਅਪਲਾਈ ਕਰ ਦਿਓ, ਕਿਉਂਕਿ ਕੋਈ ਗਾਰੰਟੀ ਨਹੀਂ ਹੈ ਤੁਹਾਡੀ ਕਿ ਵੀ ਤੁਸੀਂ ਜਨਵਰੀ ਇਨਟੇਕ ਦੇ ਅੰਦਰ ਜਾ ਪਾਓਗੇ ਸਵੀਡਨ ਦੇ ਅੰਦਰ ਕੋਰਸ ਮਿਲਣ ਤੋਂ ਬਾਵਜੂਦ ਵੀ, ਕਿਉਂਕਿ ਬਹੁਤ ਜ਼ਿਆਦਾ ਰਸ਼ ਹੈ ਸਵੀਡਨ ਦੇ ਅੰਦਰ। ਕਾਫੀ ਬੱਚਾ ਅਪਲਾਈ ਕਰ ਰਿਹਾ, ਪੰਜਾਬ ਤੋਂ ਸਪੈਸੀਫਿਕਲੀ ਅਪਲਾਈ ਕਰ ਰਿਹਾ ਹੈਗਾ। ਇਸ ਕਰਕੇ ਡੈਨਮਾਰਕ ਦੇ ਅੰਦਰ ਤੇ ਸਵੀਡਨ ਦੇ ਅੰਦਰ ਜਿਹੜੇ 2 ਟੌਪ ਕੰਟਰੀਜ਼ ਹੈਗੇ ਨੇ, ਮੈਂ ਕਹਾਂਗਾ ਸਪਾਊਸ ਵਾਸਤੇ 5.5 ਬੈਂਡ ਲੈ ਕੇ, ਜੇ ਕਿਸੇ ਕੋਲ BCom ਹੈਗੀ, BBA ਹੈਗੀ ਜਾਂ ਬਿਜ਼ਨਸ ਦਾ ਕੋਈ ਵੀ ਪ੍ਰੋਗਰਾਮ ਕੀਤਾ ਬੈਚਲਰ 'ਚ, 5.5 ਬੈਂਡ ਹੈਗੇ ਨੇ, 27 ਸਾਲ ਦੀ ਮੈਕਸਿਮਮ ਏਜ ਹੈਗੀ, ਉਹਨਾਂ ਬੱਚਿਆਂ ਵਾਸਤੇ ਬਹੁਤ ਹੀ ਬੈਟਰ ਕੋਰਸ ਹੈਗਾ ਸਾਡੇ ਕੋਲ ਡੈਨਮਾਰਕ ਦੇ ਅੰਦਰ, ਜਿਹਦੇ ਅੰਦਰ ਉਹ ਬਿਲਕੁਲ ਮੇਨ ਸ਼ਹਿਰ ਕੋਪਨਹੈਗਨ ਦੇ ਅੰਦਰ ਪੜ੍ਹਾਈ ਕਰ ਸਕਦੇ ਨੇ, ਨਾਲੇ ਸਪਾਊਸ ਲੈ ਕੇ ਜਾ ਸਕਦੇ ਨੇ। 5.5 ਦਾ ਇੱਕੋ ਹੀ ਕੋਰਸ ਹੈਗਾ, ਬਾਕੀ ਸਾਰੇ ਕੋਰਸਿਸ 6 ਬੈਂਡ ਦੇ ਜਾਂ 6.5 ਬੈਂਡ ਦੇ। ਅੱਛਾ, ਇੱਕੋ ਹੀ ਕੋਰਸ ਹੈ? ਬਿਲਕੁਲ ਜੀ, 5.5 ਬੈਂਡ ਦਾ ਡੈਨਮਾਰਕ ਦੇ ਅੰਦਰ ਇੱਕੋ ਹੀ ਕੋਰਸ ਹੈ ਜੀ, ਪ੍ਰੀ ਮਾਸਟਰ ਦਾ। ਬਾਕੀ ਸਾਰੇ ਕੋਰਸ ਐਕਚੁਅਲੀ 5.5 ਵੀ ਨਹੀਂ, ਇਸ ਬੈਂਡ ਇਹਦੇ ਅੰਦਰ 5 ਬੈਂਡ ਦਾ ਬੱਚਾ ਵੀ ਅਪਲਾਈ ਕਰ ਸਕਦਾ ਹੈ। ਲੇਕਿਨ ਬੱਚੇ ਦੇ ਕੋਲ 5 ਬੈਂਡ ਹੋਣੇ ਚਾਹੀਦੇ ਨੇ। ਜੇ 5 ਬੈਂਡ ਹੈਗੇ ਨੇ ਤੁਸੀਂ ਡੈਨਮਾਰਕ ਅਪਲਾਈ ਕਰ ਸਕਦੇ ਹੋ। 5 ਬੈਂਡ ਤੋਂ ਘੱਟ ਕੋਈ ਨਹੀਂ ਹੋਣਾ ਚਾਹੀਦਾ। 27 ਸਾਲ ਤੋਂ ਨੀਚੇ ਤੁਹਾਡੀ ਏਜ ਹੋਣੀ ਚਾਹੀਦੀ ਹੈਗੀ, 27 ਤੋਂ ਉੱਤੇ ਨਹੀਂ ਹੋਣੀ ਚਾਹੀਦੀ, ਤਾਂ ਡੈਨਮਾਰਕ ਤੁਸੀਂ ਅਪਲਾਈ ਕਰ ਸਕਦੇ ਹੋ 5 ਬੈਂਡ ਬੱਚੇ ਵਾਲੇ ਵਾਸਤੇ ਵੀ। ਪਰ ਇੱਕੋ ਹੀ ਕੋਰਸ ਹੈਗਾ ਉਹਦੇ ਜੀ। ਇਸ ਤੋਂ ਬਾਅਦ ਬਹੁਤ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਸਵਾਲ ਹੋਊਗਾ ਕਿ ਜਿਹੜੀਆਂ ਗੱਲਾਂ ਟੀਵੀ ਤੇ ਬੋਲੀਆਂ ਜਾ ਰਹੀਆਂ, ਜਦੋਂ ਦਫ਼ਤਰ ਜਾ ਕੇ ਅਸੀਂ ਗੱਲ ਕਰਾਂਗੇ ਤਾਂ ਸਾਰੀ ਅਸੈਸਮੈਂਟ ਅਸੀਂ ਦਪਿੰਦਰ ਜੀ ਨਾਲ ਤੋਂ ਲੈਣੀ ਹੈ। ਸੋ ਇਹਨਾਂ ਦਾ ਸ਼ਡਿਊਲ ਕਿੱਥੇ ਹੋਊਗਾ, ਕਿਵੇਂ ਹੋਊਗਾ, ਕੀ ਕੁਝ ਤੁਸੀਂ ਨਾਲ ਲੈ ਕੇ ਜਾਣਾ ਹੈ? ਅਸੀਂ ਇੱਕ ਬਾਈਟਸ ਜਿਹੜੀ ਹੈਗੀ ਹੈ ਬੱਚਿਆਂ ਦੀ, ਇੱਕ ਬੱਚੇ ਦੀ ਬਾਈਟ ਜਿਹੜੀ ਹੈਗੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਉਸ ਤੋਂ ਬਾਅਦ ਅਸੀਂ ਦੱਸਾਂਗੇ। ਤੁਸੀਂ ਸ਼ੋਅ ਜਿਹੜਾ ਹੈਗਾ ਆਪਣੇ ਫੋਨ ਤੇ ਦੇਖਣਾ ਚਾਹੁੰਦੇ ਤਾਂ ਦੇਸ਼ ਪ੍ਰਦੇਸ਼ ਲਾਈਵ ਦਾ YouTube ਚੈਨਲ ਜਿਹੜਾ ਹੈਗਾ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਾ ਜਿਹੜਾ ਬਟਨ ਹੈਗਾ ਉਹਨੂੰ ਦਬਾਓ। ਹਰ ਰੋਜ਼ ਅਸੀਂ ਸ਼ੋਅ ਅਪਲੋਡ ਕਰਦੇ ਹਾਂ, ਡੇਟ ਵਾਈਜ਼, ਕੰਪਨੀ ਵਾਈਜ਼, ਟੌਪਿਕ ਵਾਈਜ਼। ਤੁਸੀਂ ਆਪਣੇ ਫੋਨ ਦੇ ਉੱਪਰ ਜਿਹੜੇ ਸਾਡੇ ਪ੍ਰੋਗਰਾਮਸ ਨੇ ਇਹ ਘਰ ਬੈਠੇ ਜਿਹੜੇ ਹੈਗੇ ਦੇਖ ਸਕਦੇ ਹੋ। ਹੁਣ ਬਾਈਟਸ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਦਪਿੰਦਰ ਬਾਬਾ ਜੀ ਨੇ ਵੱਲੋਂ ਕੀਤੀ ਜਾਣ ਵਾਲੀ ਅਸੈਸਮੈਂਟ ਦੀ ਜਾਣਕਾਰੀ ਬਾਰੇ। Hello friends, today Inderjeet is with us. He got his study visa for Latvia. Congratulations, thanks sir. It's your visa. Okay Inderjeet, tell me something about your experience with Indo-European. एक्सपीरियंस बहुत अच्छा रहा मेरा इंडो यूरोपियन के साथ। जैसे उन्होंने कमेंटमेंट किए थे वैसे हुआ, और मेरे को पूरी आस थी कि मैं वीज़ा के ले लूँगा इंडो यूरोपियन की हेल्प से। ओके, एंड व्हाट अबाउट योर काउंसलिंग? जो आपकी काउंसलिंग हुई थी वो कहाँ पर हुई थी? मैं अमृतसर ब्रांच से हूँ और मेरी काउंसलिंग वहाँ पर हुई थी। उन्होंने बताया था ऐसे सर का कि ऐसे ऐसे आपको कोर्स मिलेगा और
जो भी है। पूरा डिटेल में आपको सारा कुछ बताया गया था उसमें? हाँ हाँ, पूरा डिटेल में बताया गया था। ओके, उसके बाद आपकी जो VTP ट्रेनिंग भी हुई थी वहाँ पर? हाँ जी। ओके, ट्रेनिंग प्रॉपर हुई थी आपकी? हाँ बिल्कुल प्रॉपर हुई थी। ओके, ट्रेनिंग का आपसे अलग से तो कुछ चार्ज नहीं किया था ना वहाँ पर? बिल्कुल नहीं। ओके ठीक है। एंड आपका जो इंटरव्यू होता है MSc का वो कैसा रहता है? बहुत अच्छा रहा था, वो पूरी उन्होंने प्रिपरेशन कराई थी अमृतसर ब्रांच वालों ने, तो बहुत अच्छी रही इंटरव्यू। ओके, एंड फाइनली आपको वीज़ा मिल गया है? हाँ जी। ठीक है, तो आप आई थिंक आपकी मीटिंग बाबा सर के साथ भी हुई होगी? हाँ जी बिल्कुल हुई थी। तो आपका क्या एक्सपीरियंस रहा? आपको उन्होंने जो गाइड किया वो किस तरह से गाइड किया? बहुत अच्छा रहा था। बाबा सर ने पहले बोला था कि गारंटी या वीज़ा देंगे लेकर, तो जैसे बोला था वैसे हुआ, तो आज मेरे पास वीज़ा है। ओके, और आपके साथ जो बैच में कुछ और भी स्टूडेंट्स होंगे? हाँ, जो ट्रेनिंग में आपके साथ होंगे ना अमृतसर ब्रांच में? हाँ जी। उसमें से कुछ लातविया वगैरह के भी थे? हाँ थे लातविया। तो उनमें से वीज़ा आ गए सब? हाँ सभी की आ गई वीज़ा। ओके, सभी के वीज़ा आ चुके हाँ हैं? जी बिल्कुल। ओके, आपकी फ्लाइट कब की है फिर? सर 21 को है। 21 को आप यहाँ से आप जा रहे हो? हाँ जी सर। लातविया के लिए कॉन्ग्रेचुलेशन अगेन, थैंक यू सो मच। ਸਵਾਗਤ ਜੀ ਇੱਕ ਵਾਰੀ ਫਿਰ ਤੁਹਾਡਾ। ਦਵਿੰਦਰ ਜੀ, ਜਿਸ ਤਰ੍ਹਾਂ ਅਸੀਂ ਅੱਜ ਗੱਲ ਕੀਤੀ ਡੈਨਮਾਰਕ ਦੀ, ਸਵੀਡਨ ਦੀ, ਲਾਟਵੀਆ ਦੀ, ਜਦੋਂ ਬੱਚੇ ਨੂੰ ਤੁਹਾਨੂੰ ਮਿਲਣ ਆਉਣਾ, ਕਿੱਥੇ ਮਿਲੇ, ਕਿਵੇਂ ਮਿਲੇ, ਕਿੰਨੇ ਵਜੇ ਮਿਲੇ ਤੇ ਕੀ ਨਾਲ ਲੈ ਕੇ ਆਵੇ? ਮੈਂ ਬੱਚਿਆਂ ਨੂੰ ਇਹੀ ਦੱਸਣਾ ਚਾਹੁੰਦਾ ਵੀ ਸਾਡੇ ਅੰਮ੍ਰਿਤਸਰ, ਚੰਡੀਗੜ੍ਹ, ਪਟਿਆਲਾ, ਬਠਿੰਡਾ, ਲੁਧਿਆਣਾ ਆਫਿਸ ਦੇ ਅੰਦਰ ਸਾਡੇ ਸਾਰੇ ਆਫਿਸਿਸ ਆਪਣੇ ਹੈਗੇ ਨੇ, ਫਰੈਂਚਾਈਜ਼ੀ ਨਹੀਂ ਹੈਗੇ ਨੇ, ਏਜੰਟਸ ਨਹੀਂ ਹੈਗੇ ਨੇ। ਬੇਸਿਕਲੀ ਬੱਚਾ ਇੱਥੇ ਆ ਕੇ ਮੈਨੂੰ ਪੂਰੇ ਹਫਤੇ ਦੇ ਅੰਦਰ ਇਸ ਕਮਿੰਗ ਵੀਕ ਦੇ ਅੰਦਰ ਮੈਨੂੰ ਆ ਕੇ ਮਿਲ ਸਕਦਾ ਹੈਗਾ। ਮੈਂ ਪਰਸਨਲੀ ਇਹਨਾਂ ਆਫਿਸ 'ਚ ਅਵੇਲੇਬਲ ਹੈਗਾ। ਸਕਰੀਨ ਤੇ ਨੰਬਰ ਦਿੱਤਾ ਹੋਇਆ, ਤੁਸੀਂ ਫੋਨ ਕਰਕੇ ਆਪਣੀ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ। ਜਿੱਦਾਂ ਹੀ ਤੁਸੀਂ ਫੋਨ ਕਰੋਗੇ ਤੁਹਾਡੇ ਫੋਨ ਤੇ ਇੱਕ ਮੈਸੇਜ ਆਏਗਾ, ਉਸ ਮੈਸੇਜ ਦੇ ਅੰਦਰ ਲਿੰਕ ਹੋਏਗਾ। ਉਸ ਲਿੰਕ ਨੂੰ ਕਲਿੱਕ ਕਰਕੇ ਸਾਡੇ ਸਾਰਿਆਂ ਆਫਿਸਿਸ ਦੇ ਐਡਰੈਸਿਸ ਪਬਲਿਸ਼ ਹੋ ਜਾਣਗੇ ਤੁਹਾਡੇ ਫੋਨ ਤੇ। ਤੁਸੀਂ ਕਿਸੇ ਵੀ ਆਫਿਸ 'ਚ 10 ਵਜੇ ਤੋਂ ਲੈ ਕੇ 6:30 ਵਜੇ ਤੱਕ ਆ ਕੇ ਆਪਣੀ ਕਾਉਂਸਲਿੰਗ ਲੈ ਸਕਦੇ ਹੋ। ਇਸ ਪੂਰੇ ਹਫਤੇ ਵਾਸਤੇ ਤੁਹਾਨੂੰ ਪੂਰਾ ਸ਼ਡਿਊਲ ਜਿਹੜਾ ਹੈਗਾ, ਮੰਡੇ ਮੈਂ ਅਵੇਲੇਬਲ ਹੈਗਾ ਲੁਧਿਆਣੇ 'ਚ, ਟਿਊਜ਼ਡੇ ਅਵੇਲੇਬਲ ਹੈਗਾ ਬਠਿੰਡਾ 'ਚ, ਵੈਡਨਸਡੇ ਅਵੇਲੇਬਲ ਹੈਗਾ ਅੰਮ੍ਰਿਤਸਰ 'ਚ, ਤੇ ਚੰਡੀਗੜ੍ਹ ਹੈਗਾ ਥਰਸਡੇ ਨੂੰ। ਤੇ ਬੇਸਿਕਲੀ ਬੱਚਿਆਂ ਨੂੰ ਇੱਕ ਗੱਲ ਦੀ ਜ਼ਰੂਰ ਧਿਆਨ ਰੱਖਣਾ ਹੈ ਵੀ ਤੁਸੀਂ ਆਪਣੇ ਐਜੂਕੇਸ਼ਨ ਡਾਕੂਮੈਂਟ ਜ਼ਰੂਰ ਨਾਲ ਲੈ ਕੇ ਆਉਣੇ ਨੇ। ਤੇ ਜਿਹੜਾ ਡਿਸੀਜਨ ਮੇਕਰ ਤੁਹਾਡੇ ਕੋਲ ਹੈਗਾ ਘਰੇ, ਤੁਹਾਡੇ ਪੇਰੈਂਟਸ ਤੁਹਾਨੂੰ ਡਿਸੀਜਨ ਮੇਕਰ ਹੈਗੇ ਨੇ, ਉਹਨਾਂ ਨੂੰ ਲੈ ਕੇ ਆਓ। ਤੁਹਾਡੇ ਹਸਬੈਂਡ ਡਿਸੀਜਨ ਮੇਕਰ ਹੈਗੇ ਨੇ, ਉਹਨਾਂ ਨੂੰ ਲੈ ਕੇ ਆਓ। ਕਿੱਥੇ ਨਾ ਕਿੱਥੇ ਜਿਹੜਾ ਡਿਸੀਜਨ ਮੇਕਰ ਹੈਗਾ ਉਹ ਨਹੀਂ ਆ ਰਿਹਾ। ਜਦ ਤੱਕ ਡਿਸੀਜਨ ਮੇਕਰ ਨਹੀਂ ਆਏਗਾ ਸਾਨੂੰ ਇਹ ਨਹੀਂ ਪਤਾ ਚੱਲੇਗਾ ਵੀ ਅਸੀਂ ਤੁਹਾਨੂੰ ਕੀ ਆਫਰ ਕਰੀਏ। ਤੇ ਪਾਰਟਿਕੂਲਰਲੀ ਯੂਰਪ ਦੇ ਅੰਦਰ ਬਹੁਤ ਸਾਰੀ ਕੰਟਰੀਜ਼ ਹੈਗੀਆਂ ਨੇ, ਡਿਪੈਂਡਿੰਗ ਅਪਨ ਤੁਹਾਡਾ ਪ੍ਰੋਫਾਈਲ ਕੀ ਹੈਗਾ ਅਸੀਂ ਉਹਦੇ ਹਿਸਾਬ ਨਾਲ ਸ਼ਾਰਟਲਿਸਟਿੰਗ ਕਰਦੇ ਹੈਗੇ ਆ। ਜੇ ਅਸੀਂ ਲਾਤਵੀਆ ਦੀ ਗੱਲ ਕੀਏ ਜਾਂ ਡੈਨਮਾਰਕ ਦੀ ਜਾਂ ਸਵੀਡਨ ਦੀ, ਸਾਰੀਆਂ ਕੰਟਰੀਜ਼ ਦੇ ਅੰਦਰ ਸਪਾਊਸ ਜਿਹੜਾ ਹੈਗਾ ਉਹ ਬਿਲਕੁਲ ਅਵੇਲੇਬਲ ਹੈਗਾ। ਸਪਾਊਸ ਜਾ ਸਕਦਾ ਹੈਗਾ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਏਗੀ। ਥੈਂਕ ਯੂ ਜੀ ਦਵਿੰਦਰ ਜੀ, ਬਹੁਤ ਮਿਹਰਬਾਨੀ। ਲਾਟਵੀਆ, ਸਵੀਡਨ, ਡੈਨਮਾਰਕ ਸੰਬੰਧੀ ਕੋਈ ਵੀ ਕੁਐਸਚਨਸ ਹੈਗਾ ਤੁਸੀਂ ਇਹਨਾਂ ਦੇ ਨਾਲ ਸਾਂਝਾ ਕਰ ਸਕਦੇ ਹੋ, ਅਸੈਸਮੈਂਟ ਜਿਹੜੀ ਹੈ ਕਰਵਾ ਸਕਦੇ ਹੋ। ਹੁਣ ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਦੇ ਸ਼ੁਕਰੀਆ।